ਧੰਨ ਵਾਹਿਗੁਰੂ ਜੀਓ। ਗੌੜੀ ਗਾਜ ਨਵ ਗਾਜ 10 ਗਾਜ 21 ਪੁਰੀਆ ਏਕ ਤਨਾਈ। 60 ਸੂਤ ਨਵ ਖੰਡ 72 ਪਾਟ ਲਘੂ ਅਧਿਕਾਈ। ਗਈ ਬੁਨਾਵਨ ਮਾਹੋ ਘਰ ਛੋੜਿਐ ਜਾਏ ਜੁਲਾਹੋ। ਰਹਾਉ ਗਜੀ ਨਾ ਮਿਨੀਐ ਤੋੜ ਨਾ ਤੁਲੀਐ। ਪਾਜਨ ਸੇਰ ਅਢਾਈ ਜੋ ਕਰ ਪਾਚਨ ਬੀਗ ਨਾ ਪਾਵੈ। ਝਗਰ ਕਰੈ ਕਰਹਾਈ ਦਿਨ ਕੀ ਬੈਠ ਖਸਮ ਕੀ ਬਰਕਸ। ਇਹ ਬੇੜਾ ਕਤ ਆਈ ਛੂਟੇ ਕੂੰਡੇ ਭੀਗੈ ਪੁਰੀਆ। ਚੱਲਿਓ ਜੁਲਾਹੋ ਰੀਸਾਈ ਛੋਛੀ ਨੜੀ ਤੰਤ ਨਹੀਂ ਨਿਕਸੈ। ਨਾ ਤਾਰ ਰਹੀ ਉਰਜਾਈ ਛੋੜ ਪਸਾਰ ਇਹਾਂ ਰਹੋ ਬਪੁਰੀ। ਕਹੋ ਕਬੀਰ ਸਮਝ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਸਤਿਕਾਰ ਪ੍ਰੇਮ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਇਹ ਨਿਮਾਣਾ ਜਿਹਾ ਯਤਨ ਕਰਦੇ ਹਾਂ। ਭਗਤ ਕਬੀਰ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਗੌੜੀ ਰਾਗ ਦੇ ਵਿੱਚੋਂ ਆਪਾਂ ਲੜੀਵਾਰ ਮਹਾਨ ਮਹਾਂਪੁਰਖਾਂ ਦੇ ਉਪਦੇਸ਼ ਨੂੰ ਸਮਝਣ ਦਾ ਵਿਚਾਰਨ ਦਾ ਆਹਰ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਹੁਣੇ ਜਿਸ ਪਾਵਨ ਸ਼ਬਦ ਦਾ ਪਾਠ ਸੁਣਿਆ ਹੈ, ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਰਾਗ ਗੌੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 335 ਉੱਪਰ ਸੁਭਾਇਮਾਨ ਹੈ। ਭਗਤ ਜੀ ਦੇ ਸਮੁੱਚੇ ਸ਼ਬਦ ਦਾ ਪਾਠ ਜਦੋਂ ਆਪਾਂ ਪੜ੍ਹ ਰਹੇ ਸੀ ਤਾਂ ਜਿਹੜੀ ਸ਼ਬਦਾਵਲੀ ਭਗਤ ਜੀ ਨੇ ਇਸ ਪਾਵਨ ਸ਼ਬਦ ਵਿੱਚ ਵਰਤੀ ਹੈ, ਜਿਹੜੀ ਉਹ ਕਿਰਤ ਕਰਦੇ ਸਨ, ਉਸ ਕਿਰਤ ਦੀ ਉਦਾਹਰਣ ਦੇ ਕੇ ਉਹਨਾਂ ਨੇ ਬੜਾ ਅਹਮ ਪੱਖ ਸਾਨੂੰ ਸਾਡੇ ਜੀਵਨ ਬਾਰੇ ਸਮਝਾਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਖੇਤੀ ਵੀ ਕੀਤੀ। ਗੁਰੂ ਸਾਹਿਬ ਜੀ ਮੋਦੀ ਖਾਨੇ ਦੀ ਨੌਕਰੀ ਵੀ ਕਰਦੇ ਰਹੇ।
ਮਹਾਰਾਜ ਨੇ ਆਪਣੇ ਜੀਵਨ ਵਿੱਚ ਵਪਾਰ ਵੀ ਕੀਤਾ। ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਕਰ ਭਾਗਟ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ, ਹਾਣ ਹਟ ਕਰ ਯਾਰ ਜਾ, ਸਚ ਨਾਮ ਕਰ ਵਤ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਜਾਂ ਫਿਰ ਹਜ਼ੂਰ ਇਹ ਕਹਿੰਦੇ ਹਨ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੈ ਕੱਲ। ਇਹ ਸਾਰੇ ਸ਼ਬਦ ਨੂੰ ਪੜ੍ਹੀਏ ਤਾਂ ਮਹਾਰਾਜ ਨੇ ਉਹ ਸਾਰੀਆਂ ਉਦਾਹਰਨਾਂ ਇਸ ਸ਼ਬਦ ਵਿੱਚ ਦਿੱਤੀਆਂ ਜਿਹੜੀ ਕਿਰਤ ਹਜ਼ੂਰ ਨੇ ਆਪ ਕੀਤੀ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਆਪਾਂ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਨੂੰ, ਉਹਨਾਂ ਦੇ ਸ਼ਬਦਾਂ ਨੂੰ ਆਪਾਂ ਵਿਚਾਰਿਆ। ਜਦੋਂ ਬਾਣੀ ਦੇ ਵਿੱਚ ਇਹ ਸ਼ਬਦ ਲਿਖਦੇ ਹਨ, ਸੋਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਭਗਤ ਰਵਿਦਾਸ ਜੀ ਮਹਾਰਾਜ ਦੇ ਆਪਾਂ ਸ਼ਬਦ ਵਿਚਾਰੇ ਨੇ। ਉਹਨਾਂ ਨੇ ਸ਼ਬਦਾਂ ਵਿੱਚ ਉਚਾਰਨ ਕੀਤਾ, ਚਮਰਟਾ ਗਾਂਠ ਨ ਜਨਈ, ਲੋਗ ਠਾਵੈ ਪਨਹੀ, ਆਰ ਨਹੀਂ ਜੇ ਤੋਪੋ, ਨਹੀਂ ਰਾਂਭੀ ਠਾਉ ਰੋਪੋ। ਭਗਤ ਨਾਮਦੇਵ ਜੀ ਕੱਪੜੇ ਧੋਣ ਤੇ ਸੀਣ ਦਾ ਕਿੱਤਾ ਕਰਦੇ ਸਨ। ਭਗਤ ਰਵਿਦਾਸ ਜੀ ਮਰੇ ਹੋਏ ਪਸ਼ੂਆਂ ਦੇ ਚਮੜੇ ਤੋਂ ਜੋੜੇ ਜਾਂ ਹੋਰ ਐਸੀਆਂ ਚੀਜ਼ਾਂ ਬਣਾਉਣ ਦੀ ਕਿਰਤ ਕਰਦੇ ਸਨ। ਉਹਨਾਂ ਨੇ ਉਹ ਉਦਾਹਰਨਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ 'ਚ ਉਹਨਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਸਨ, ਉਹਨਾਂ ਦੀ ਐਗਜ਼ੈਂਪਲ ਉਦਾਹਰਣ ਦੇ ਕੇ ਸਾਨੂੰ ਬਹੁਤ ਅਹਿਮ ਪੱਖ ਸਮਝਾਇਆ। ਇਸੇ ਤਰ੍ਹਾਂ ਭਗਤ ਕਬੀਰ ਜੀ ਮਹਾਰਾਜ ਦੀ ਬਾਣੀ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਐਸੀਆਂ ਨੇ ਜਿੱਥੇ ਉਹਨਾਂ ਨੇ ਖੱਡੀ ਦੀ ਉਦਾਹਰਣ, ਕੱਪੜਾ ਬੁਣਨ ਦੀ ਉਦਾਹਰਣ, ਤਾਣੇ ਬਾਣੇ ਦੀ ਉਦਾਹਰਣ ਦੇ ਕੇ ਸਾਨੂੰ ਸਾਡੇ ਜੀਵਨ ਦੇ ਕਈ ਪਹਿਲੂਆਂ ਦੇ ਉੱਤੇ ਸਮਝ ਬਖਸ਼ਿਸ਼ ਕੀਤੀ ਹੈ। ਇਹ ਉਹਨਾਂ ਦਾ ਰੁਜ਼ਗਾਰ, ਉਹਨਾਂ ਦੀ ਕਿਰਤ, ਉਹਨਾਂ ਦਾ ਕਿੱਤਾ ਸੀ ਵੀ ਉਹ ਕੱਪੜਾ ਬੁਣਦੇ ਸਨ। ਤੇ ਕੱਪੜਾ ਬੁਣਨ ਵਾਲਿਆਂ ਦੀ ਇੱਕ ਖਾਸ ਬਰਾਦਰੀ ਨੂੰ ਜਿਹੜਾ ਉਹ ਭਾਰਤ ਵਿੱਚ ਜੁਲਾਹੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ। ਇਹ ਕੱਪੜਾ ਬੁਣਨ ਦਾ ਕੰਮ ਕਰਦੇ। ਭਗਤ ਜੀ ਨੇ ਇਸ ਪਾਵਨ ਸ਼ਬਦ ਵਿੱਚ ਬੜੀ ਅਹਿਮ ਗੱਲ ਰਹਾਉ ਦੇ ਬੰਦ ਵਿੱਚ ਕਹੀ ਹੈ। ਲਿਖਦੇ ਹਨ, ਗਈ ਬੁਨਾਵਨ ਮਾਹੋ। ਜਿਵੇਂ ਕੱਪੜਾ ਬੁਣਨ ਵਾਲਾ ਜੁਲਾਹਾ ਜਾਂ ਜੁਲਾਹੀ, ਕੱਪੜਾ ਬੁਣਨ ਵਾਲਾ ਮਰਦ ਜਾਂ ਔਰਤ ਜਿਹੜੇ ਨੇ, ਜਿਵੇਂ ਉਹ ਇੱਕ ਪ੍ਰੋਪਰ ਢੰਗ ਦੇ ਨਾਲ ਪਹਿਲਾਂ ਸੂਤ ਕੱਤਦੇ ਨੇ, ਫਿਰ ਉਸ ਸੂਤ ਦੇ ਧਾਗੇ ਜਿਹੜੇ ਨੇ ਉਹਨਾਂ ਨੂੰ ਬੜੀ ਜੁਗਤ ਦੇ ਨਾਲ ਪਾਹ ਚਾੜ ਕੇ, ਮਾਵਾ ਚਾੜ ਕੇ, ਫਿਰ ਉਹਨੂੰ ਉਹ ਖੱਡੀ ਦੇ ਉੱਤੇ ਤਾਣਾ ਤੇ ਪੇਟਾ, ਇੱਕ ਪਾਸੇ ਦਾ ਤਾਣਾ ਹੁੰਦਾ ਹੈ ਤੇ ਇੱਕ ਪਾਸੇ ਦਾ ਪੇਟਾ ਹੁੰਦਾ, ਲੰਬਾਈ ਤੇ ਚੌੜਾਈ ਦੇ ਹਿਸਾਬ ਦੇ ਨਾਲ। ਫਿਰ ਉਹਨੂੰ ਖੱਡੀ ਦੇ ਉੱਤੇ ਉਹ ਬੁਣਦੇ ਨੇ ਬੜੀ ਜੁਗਤ ਨਾਲ, ਆਪਣੀ ਪੂਰੀ ਕਲਾ ਦੀ ਵਰਤੋਂ ਕਰਦਿਆਂ ਹੋਇਆ। ਇੱਕ ਨਲੀ ਦੇ ਉੱਤੇ, ਜਿਹਨੂੰ ਆਪਾਂ ਕਹਿੰਦੇ ਨਾ ਖੋਲ ਨਲੀ, ਪਾਈਪ ਟਾਈਪ, ਉਹਦੇ ਉੱਤੇ ਸਾਰੇ ਦਾ ਸਾਰਾ ਤਾਣਾ ਜਿਹੜਾ ਉਹਨੂੰ ਚੜਾਇਆ ਹੁੰਦਾ, ਉਹਦੇ ਤੋਂ ਹੀ ਉਹ ਲੈ ਲੈ ਕੇ ਫਿਰ ਉਹਨੂੰ ਖੱਡੀ ਦੇ ਉੱਤੇ ਤਾਣਾ ਪੇਟਾ ਉਣਿਆ ਜਾਂਦਾ। ਇੱਕ ਕੂੰਡੇ ਦੇ ਵਿੱਚ, ਮਿੱਟੀ ਦੇ ਬਰਤਨ ਦੇ ਵਿੱਚ ਨਲੀਆਂ ਭੀਆਂ ਜਾਂਦੀਆਂ ਨੇ ਮਜ਼ਬੂਤੀ ਦੇਣ ਵਾਸਤੇ, ਉਹਨਾਂ ਨੂੰ ਮਾਵਾ ਚਾੜਿਆ ਜਾਂਦਾ। ਉਹ ਸਾਰੀਆਂ ਉਦਾਹਰਨਾਂ ਹੀ ਭਗਤ ਜੀ ਨੇ ਇਸ ਸ਼ਬਦ ਵਿੱਚ ਦਿੱਤੀਆਂ। ਬੜੀ ਅਹਿਮ ਗੱਲ ਉਹਨਾਂ ਨੇ ਕਹੀ ਹੈ। ਕਹਿੰਦੇ ਜਿਵੇਂ ਕੋਈ ਕੱਪੜਾ ਬੁਣਨ ਵਾਲਾ ਜਿਹੜਾ ਹੈ ਉਹ ਤੰਦ ਤਾਣੀ ਬੁਣਦਾ ਹੈ ਖੱਡੀ ਦੇ ਉੱਤੇ, ਇਸੇ ਤਰ੍ਹਾਂ ਜਿਹੜੀ ਸਾਡੀ ਅੰਦਰ ਵਾਸ਼ਨਾ, ਵਾਸ਼ਨਾ ਦਾ ਮਤਲਬ ਹੈ ਗਰਜ਼, ਜਿਹੜੀ ਸਾਡੇ ਅੰਦਰ ਮੰਦੀ ਵਾਸ਼ਨਾ ਜਿਹਨੂੰ ਬਾਣੀ ਨੇ ਕਿਹਾ,
ਉਲਟੇ ਰੁਖ ਵਗਣ ਵਾਲੇ ਜਿਹੜਾ ਸਾਡਾ ਸੁਭਾਅ, ਸਾਡੇ ਅੰਦਰ ਜਿਹੜੇ ਖਿਆਲ ਪੈਦਾ ਹੁੰਦੇ ਨੇ, ਫੁਰਨੇ ਪੈਦਾ ਹੁੰਦੇ ਨੇ ਮਾੜੇ, ਉਹ ਮੰਨੋ ਕਿ ਉਹ ਕੱਪੜਾ ਬੁਣਨ ਵਾਲਾ ਜੁਲਾਹਾ ਹੈ। ਉਹ ਸਾਡੇ ਸਾਰੇ ਦਿਲ, ਦਿਮਾਗ, ਸੁਰਤ, ਬੁੱਧ, ਮਨ, ਸਾਡੇ ਜੀਵਨ ਦੇ ਹਰ ਕਾਰਜ, ਸਾਡੇ ਗਿਆਨ ਇੰਦਰੇ, ਸਾਡੇ ਕਰਮ ਇੰਦਰੇ, ਹਰ ਇੱਕ ਨੂੰ ਵਾਸ਼ਨਾ ਦੇ ਨਾਲ ਭਰਪੂਰ ਕਰ ਦਿੰਦਾ। ਹਰ ਇੱਕ ਦੇ ਉੱਤੇ ਪੂਰਾ ਪੂਰਾ ਅਸਰ ਪਾਉਂਦਾ। ਉਸਨੇ ਸਾਡੇ ਮੁਕੰਮਲ ਜੀਵਨ ਦੇ ਉੱਤੇ ਕੰਟਰੋਲ ਤੇ ਕਬਜ਼ਾ ਕੀਤਾ ਹੋਇਆ। ਮਨ ਉਹ ਆਪਣੀ ਤੰਦ ਤਾਣੀ ਉਲਝਦਾ, ਉਣਦਾ ਰਹਿੰਦਾ, ਬੁਣਦਾ ਰਹਿੰਦਾ। ਜੇ ਆਪਾਂ ਕਿਸੇ ਨੂੰ ਕਹਦੇ ਨਾ ਵੀ ਤੂੰ ਤਾਂ ਦਿਨ ਰਾਤ ਜਾਲ ਹੀ ਬੁਣਦਾ ਰਹਿਣਾ, ਇਹਦਾ ਮਤਲਬ ਹੁੰਦਾ ਹੈ ਵੀ ਪੇਚੀਦਗੀਆਂ ਪੈਦਾ ਕਰਨ ਵਾਸਤੇ, ਕਿਸੇ ਦੇ ਲਈ ਮੁਸ਼ਕਲਾਤ ਪੈਦਾ ਕਰਨ ਵਾਸਤੇ, ਕਿਸੇ ਨੂੰ ਫਸਾਉਣ ਤੇ ਉਲਝਾਉਣ ਵਾਸਤੇ ਕੋਈ ਬੰਦਾ ਬੁਣਤਰਾ ਬੁਣਦਾ ਰਹੇ, ਉਹਨੂੰ ਆਪਾਂ ਕਹਿੰਦੇ ਤੂੰ ਜਾਲ ਬੁਣਦਾ ਰਹਿਣਾ ਦਿਨ ਰਾਤ, ਤੂੰ ਤੰਦ ਤਾਣੀ ਉਣਦਾ ਰਿਹਾ ਕਰ 24 ਘੰਟੇ। ਇਹ ਉਦਾਹਰਨਾਂ ਅਸੀਂ ਦਿੰਦੇ ਹਾਂ ਆਮ। ਭਗਤ ਜੀ ਕਹਿੰਦੇ ਨੇ ਜਿਹੜੀ ਸਾਡੇ ਅੰਦਰ ਮਾੜੀ ਵਾਸ਼ਨਾ, ਮੰਦਾ ਖਿਆਲ ਪੈਦਾ ਹੁੰਦਾ ਹੈ ਨਾ, ਬਾਰ-ਬਾਰ ਨੈਗੇਟਿਵ ਖਿਆਲ ਉਪਜਦਾ ਹੈ, ਨੈਗੇਟਿਵਿਟੀ ਪੈਦਾ ਹੁੰਦੀ ਹੈ, ਮਾੜੇ ਫੁਰਨੇ ਪੈਦਾ ਹੁੰਦੇ ਨੇ ਕਿਸੇ ਵੀ ਪਹਿਲੂ ਬਾਰੇ, ਉਹ ਸਾਡੇ ਸਾਰੇ ਦੇ ਸਾਰੇ ਜੀਵਨ ਦੇ ਉੱਤੇ ਅਸਰ ਪਾਉਂਦੇ ਨੇ। ਉਹ ਸਾਡੀ ਵੇਖਣੀ ਦੇ ਉੱਤੇ ਵੀ ਅਸਰ ਪਾਉਂਦੇ ਨੇ, ਸਾਡੇ ਸੁਣਨ ਦੇ ਉੱਤੇ ਵੀ ਅਸਰ ਪਾਉਂਦੇ ਨੇ, ਸਾਡੇ ਬੋਲਣ ਤੇ ਵੀ ਪਾਉਂਦੇ ਨੇ, ਸਾਡੇ ਸੋਚਣ ਦਾ ਢੰਗ ਵੀ ਬਦਲ ਦਿੰਦੇ ਨੇ, ਸਾਡੇ ਵਿਹਾਰ ਦੇ ਵਿੱਚ ਪੂਰਾ ਪੂਰਾ ਉਹਨਾਂ ਦਾ ਪ੍ਰਭਾਵ ਰਹਿੰਦਾ, ਗਲਬਾ ਪੈ ਜਾਂਦਾ। ਉਹ ਸਾਡੇ ਸਾਰੇ ਜੀਵਨ ਨੂੰ ਆਪਣੇ ਪ੍ਰਭਾਵ ਥੱਲੇ ਲੈ ਲੈਂਦੇ ਨੇ ਹੌਲੀ ਹੌਲੀ। ਮੰਨੋ ਵੀ ਸਾਡੇ ਅੰਦਰ ਇੱਕ ਤਾਣਾ ਬਾਣਾ ਬੁਣਿਆ ਜਾ ਰਿਹਾ। ਮੰਨੋ ਵੀ ਜਿਵੇਂ ਕਿਸੇ ਨੇ ਕੱਪੜਾ ਬੁਣਨ ਵਾਲੇ ਨੇ ਖੱਡੀ ਦੇ ਉੱਤੇ ਤਾਣਾ ਪੇਟਾ ਪੂਰਾ ਪੂਰਾ ਕਰਕੇ ਬੁਣਨਾ ਹੋਵੇ ਤੇ ਬੜਾ ਸੰਘਣਾ ਉਹ ਕੱਪੜਾ ਬੁਣ ਦਿੰਦਾ ਹੈ। ਇਸ ਤਰ੍ਹਾਂ ਸਾਡੇ ਜੀਵਨ ਦਾ ਤਾਣਾ ਬਾਣਾ ਬੁਣ ਕੇ ਸਾਡੀ ਬਣਤਰ ਬਣ ਜਾਂਦੀ ਹੈ। ਅਸੀਂ ਜੋ ਹਾਂ, ਜਿਸ ਤਰ੍ਹਾਂ ਦੇ ਸਾਡੇ ਖਿਆਲ ਨੇ, ਜਿਸ ਤਰ੍ਹਾਂ ਦੇ ਸਾਡੇ ਸੰਸਕਾਰ ਨੇ, ਜਿਸ ਤਰ੍ਹਾਂ ਦੀ ਸਾਡੀ ਸੋਚਣੀ ਹੈ, ਜਿਸ ਤਰ੍ਹਾਂ ਦਾ ਸਾਡਾ ਵਿਹਾਰ ਹੈ, ਇਹ ਸਾਰੇ ਦਾ ਸਾਰਾ ਇੱਕ ਬਣਤਰ ਹੈ ਜਿਹੜੀ ਸਾਡੀ ਬਣ ਗਈ। ਕੁਝ ਚੀਜ਼ਾਂ ਉਹਦੇ ਵਿੱਚ ਨੇ ਇੰਨੀਆਂ ਫਿਕਸ ਹੋ ਗਈਆਂ ਨੇ ਵੀ ਜਿਹੜੀਆਂ ਬਦਲਦੀਆਂ ਨਹੀਂ। ਅਸੀਂ ਉਹਨਾਂ ਦੇ ਮੁਤਾਜ ਬਣ ਕੇ ਹੀ ਚੱਲਦੇ ਹਾਂ। ਉਹਨੂੰ ਬਦਲਣ ਦੀ ਆਪ ਵੀ ਸਾਡੇ 'ਚ ਕੋਈ ਤਾਕਤ ਨਹੀਂ ਹੁੰਦੀ ਕਿ ਇਹਨੂੰ ਬਦਲ ਦਈਏ। ਕੁਝ ਸਾਡੇ ਸੁਭਾਅ 'ਚ ਇਹੋ ਜਿਹੀਆਂ ਖਾਮੀਆਂ, ਇਹੋ ਜਿਹੇ ਔਗਣ, ਇਹੋ ਜਿਹੀਆਂ ਮੰਦੀਆਂ ਚੀਜ਼ਾਂ ਵਸ ਜਾਂਦੀਆਂ ਨੇ ਵੀ ਉਹ ਇੰਨੀਆਂ ਪੱਕ ਜਾਂਦੀਆਂ ਨੇ, ਉਹ ਸਾਡੀ ਬਣਤਰ ਦਾ, ਸਾਡੇ ਕਰੈਕਟਰ ਦਾ ਇੰਨਾ ਗਹਿਰਾ ਭਾਗ ਨੇ ਵੀ ਉਹਨਾਂ ਨੂੰ ਅਸੀਂ ਚੇਂਜ ਨਹੀਂ ਕਰ ਪਾਉਂਦੇ। ਕੁਝ ਚੀਜ਼ਾਂ ਨੇ ਉਹਨਾਂ ਨੂੰ ਥੋੜਾ ਬਹੁਤ ਅਸੀਂ ਬਦਲ ਸਕਦੇ ਹਾਂ, ਸਮੇਂ ਦੇ ਲਿਹਾਜ਼ ਨਾਲ ਬਦਲ ਲੈਂਦੇ, ਪਰ ਸਾਡੀ ਜਿਹੜੀ ਅੰਦਰੂਨੀ ਬਣਤਰ ਹੁੰਦੀ ਹੈ, ਜਿਹੜੀ ਬੁਣੀ ਗਈ ਹੈ, ਬਣ ਗਈ ਹੈ, ਉਹਨੂੰ ਤਬਦੀਲ ਕਰਨਾ ਕਈ ਵਾਰ ਬੜਾ ਕਠਿਨ ਹੋ ਜਾਂਦਾ। ਉਸੇ ਨੂੰ ਤਬਦੀਲ ਕਰਨਾ ਹੀ ਬੇਸਿਕਲੀ ਗੁਰਬਾਣੀ ਦੇ ਵਿੱਚ ਮਸ਼ੱਕਤ ਕਿਹਾ ਹੈ, ਬੜੀ ਕਰੜੀ ਕਰ, ਬੜਾ ਔਖਾ ਪੈਂਡਾ, ਬੜੀ ਕਠਿਨਾਈ ਵਾਲੀ ਗੱਲ, ਜਿਹੜੀ ਸਾਡੇ ਅੰਦਰ ਮੰਦੀ ਵਾਸ਼ਨਾ ਪੂਰੀ ਤਰ੍ਹਾਂ ਸਾਡੀ ਬਣਤਰ ਦਾ ਹਿੱਸਾ ਬਣ ਜਾਂਦੀ, ਉਹਨੂੰ ਕੱਢਣਾ ਅੰਦਰੋਂ, ਉਹ ਤਾਂ ਸਮਝੋ ਵੀ ਜਿਵੇਂ ਬੰਦੇ ਦੀ ਬਣਤਰ ਹੀ ਨਵੀਂ ਬਣਾ ਦੇ। ਤੋ ਸਾਹਿਬ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਘਰ ਛੋੜਿਆ ਜਾਏ ਜੁਲਾਹੋ। ਘਰ ਦਾ ਅਰਥ ਹੈ ਨਿਜ ਘਰ, ਆਪਣਾ ਅੰਤਰਾਤਮਾ, ਆਪਣੇ ਵਜੂਦ ਦੀ ਸਚਾਈ ਨੂੰ ਬੰਦਾ ਭੁੱਲ ਜਾਂਦਾ ਹੈ ਵੀ ਮੈਂ ਕੌਣ ਹਾਂ। ਮੈਂ ਉਸ ਪਰਮ ਪਰਮੇਸ਼ਰ ਵਾਹਿਗੁਰੂ ਦਾ ਹਿੱਸਾ ਹਾਂ। ਉਹ ਵਾਹਿਗੁਰੂ ਮੇਰੇ ਅੰਤਰਾਤਮੇ ਵਿੱਚ ਹੈ। ਉਸ ਮਾਲਕ ਪਰਮੇਸ਼ਰ ਨੂੰ ਜਦੋਂ ਜੀਵ ਭੁੱਲਦਾ ਹੈ, ਵਿਸਾਰਦਾ ਹੈ, ਤਾਂ ਹਜ਼ੂਰ ਮਹਾਰਾਜ ਕਹਿੰਦੇ ਘਰ ਛੋੜਿਆ, ਆਪਣੇ ਨਿਜ ਘਰ ਤੋਂ ਭਟਕ ਕੇ, ਆਪਣੇ ਅਸਲੇ ਦੀ ਪਛਾਣ ਛੱਡ ਕੇ ਜਾਏ, ਫਿਰ ਇਹ ਭਟਕਦਾ ਰਹਿੰਦਾ ਹੈ। ਕਿ ਮਾੜੇ ਫੁਰਨਿਆਂ ਦਾ ਤਾਣਾ ਬਾਣਾ ਬੁਣਨ ਵਾਲਾ ਮਨ ਜੁਲਾਹਾ ਜਿਹੜਾ ਹੈ, ਇਹ ਭਟਕਦਾ ਰਹਿੰਦਾ ਹੈ, ਚਾਰ ਸ਼ਫੇਰੇ ਭਟਕਦਾ ਹੈ, ਚਾਰ ਸ਼ਫੇਰੇ ਭਟਕਦਾ ਹੈ। ਇਹਨੂੰ ਕਿਸੇ ਚੀਜ਼ ਵਿੱਚੋਂ ਵੀ ਤਸੱਲੀ, ਸਕੂਨ ਤੇ ਖੁਸ਼ੀ ਹਾਸਲ ਨਹੀਂ ਹੁੰਦੀ। ਇਸ ਲਈ ਭਗਤ ਕਬੀਰ ਸਾਹਿਬ ਜੀ ਆਰੰਭ ਦੇ ਵਾਕ ਵਿੱਚ ਜਿਹੜੀਆਂ ਉਸ ਸਮੇਂ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸਨ ਕੱਪੜਾ ਬੁਣਨ ਲਈ,
ਕਿਉਂਕਿ ਦਸਤਕਾਰੀ ਸੀ, ਹੱਥੀਂ ਕੰਮ ਕਰਨ ਵਾਲਾ ਇੱਕ ਕਲਾ ਸੀ। ਇਸ ਵਾਸਤੇ ਉਹ ਲਿਖਦੇ ਨੇ, ਗਜ ਨਵ ਗਜ 10 ਗਜ 21 ਪੁਰੀਆ ਏਕ ਤਨਾਈ। 21 10 ਤੇ 9 ਕੁੱਲ 40 ਹੋ ਗਏ। ਗਜ ਨਵ ਗਜ 10 ਗਜ 21 ਪੁਰੀਆ ਏਕ ਤਨਾਈ। ਤਾਣੇ ਤੇ ਪੇਟੇ ਦੇ ਹਿਸਾਬ ਦੇ ਨਾਲ ਪੂਰਾ 40 ਗਜ ਜਿਹੜਾ ਹੈ ਉਹ ਤਾਣਾ ਪੇਟਾ ਬੁਣ ਕੇ ਜਿਹੜਾ ਹੈ ਉਹ ਖੱਡੀ ਦੇ ਉੱਤੇ ਕੱਪੜਾ ਬੁਣਿਆ ਜਾਂਦਾ ਸੀ। 40 ਗਜ ਦਾ ਥਾਨ। ਉਹਨੂੰ ਭਗਤ ਕਬੀਰ ਜੀ ਕਹਿੰਦੇ ਨੇ ਵੀ ਪੂਰੀ 40 ਗਜ ਦੀ ਤਾਣੀ ਦੇ ਵਿੱਚ 9 ਸਾਡੇ ਸਰੀਰ ਦੀਆਂ ਗੋਲਕਾਂ ਹੋ ਗਈਆਂ, ਛੇਕ ਹੋ ਗਏ, 10 ਸਾਡੇ ਇੰਦਰੇ ਹੋ ਗਏ, 5 ਸਾਡੇ ਸੂਖਮ ਤੱਤ ਤੇ 5 ਜਿਹੜੇ ਨੇ ਅਸਥੂਲ ਤੱਤ ਹੋ ਗਏ, 10 ਸਾਡੇ ਪ੍ਰਾਣ ਤੇ ਇੱਕ ਮਨ, ਜੋ ਭਾਰਤੀ ਪਰੰਪਰਾ ਵਿੱਚ ਇਹ ਸ਼ਬਦਾਵਲੀ ਵਰਤੀ ਹੈ। ਕਹਿੰਦੇ ਕੁੱਲ 40 ਗਜ ਦਾ ਪੂਰੇ ਦਾ ਪੂਰਾ ਤਾਣਾ ਜਿਹੜਾ ਹੈ ਉਹ ਖੱਡੀ ਦੇ ਉੱਤੇ ਬੁਣਨ ਵਾਲਾ ਬੁਣਦਾ ਹੈ। ਤੇ ਵਿਆਖਿਆਕਾਰਾਂ ਨੇ ਐਕਸਪਲੇਨੇਸ਼ਨ ਇਹਦੀ ਇਹ ਚੀਜ਼ ਦਿੱਤੀ ਵੀ ਸਾਡੇ ਗਿਆਨ ਇੰਦਰੇ, ਸਾਡੇ ਕਰਮ ਇੰਦਰੇ, ਸਾਡਾ ਮਨ, ਸਾਡੇ ਸੂਖਮ ਤੱਤ, ਪੰਜੇ ਤੱਤ, ਜਾਨੀ ਸਾਡੀ ਪੂਰੀ ਦੀ ਪੂਰੀ ਬਣਤਰ ਉੱਤੇ ਮਨ ਦੀ ਭੈੜੀ ਵਾਸ਼ਨਾ, ਮਨ ਦੇ ਭੈੜੇ ਫੁਰਨੇ ਜਿਹੜੇ ਨੇ ਪੂਰਾ ਪੂਰਾ ਗਲਬਾ ਪਾ ਲੈਂਦਾ। ਕੋਈ ਵੀ ਜੀਵਨ ਦਾ ਪਹਿਲੂ ਸਾਡਾ ਇਹਨਾਂ ਚੀਜ਼ਾਂ ਤੋਂ ਬਚਿਆ ਨਹੀਂ ਰਹਿੰਦਾ। 60 ਸੂਤ ਨਵ ਖੰਡ 72 ਪਾਟ ਲਗੋਦ ਕਾਈ। 60 ਨਾੜੀਆਂ, ਲੰਮੇ ਪਾਸੇ ਦਾ ਤਾਣਾ ਜਿਹੜਾ ਹੈ, ਇੱਕ ਚੌੜੇ ਪਾਸੇ ਦਾ, ਇੱਕ ਲੰਮੇ ਪਾਸੇ ਦਾ, ਪੇਟਾ ਤੇ ਤਾਣਾ ਉਹਨੂੰ ਕਹਿੰਦੇ ਸਨ। ਕਹਿੰਦੇ ਨੇ 60 ਸੂਤ, 60 ਨਾੜੀਆਂ ਮਾਨੋ ਵੀ ਲੰਮੇ ਪਾਸੇ ਦੀਆਂ ਤਾੜੀਆਂ ਹਨ। ਇਹਦੇ 9 ਜੋੜ ਤਾਣੀ ਦੇ ਜਿਹੜੇ ਹੁੰਦੇ ਨੇ। ਫਿਰ 72 ਛੋਟੀਆਂ ਨਾੜੀਆਂ ਜਿਹੜੀਆਂ ਵਾਧੂ ਪੇਟਾ, ਜਿਹੜੇ ਤਿਰਛੇ ਪਾਸੇ ਦੇ, ਤਿਰਛੇ ਪਾਸੇ ਨੂੰ ਜਿਹੜੀ ਤਾਣੀ ਪਾਈ ਜਾਂਦੀ ਹੈ, ਉਸ ਨੂੰ ਭਗਤ ਜੀ ਕਹਿੰਦੇ ਨੇ ਮਾਨੋ ਸਾਡੀ ਨਸ ਨਸ ਵਿੱਚ, ਸਾਡੀ ਨਸ ਨਸ, ਨਾੜ ਨਾੜ ਵਿੱਚ, ਸਾਡੀ ਖੂਨ ਦੀ ਬਣਤਰ ਦੇ ਵਿੱਚ ਬੜੀ ਡੂੰਘੀ ਉਤਰ ਜਾਏ ਕੋਈ ਚੀਜ਼। ਇਸ ਹਿਸਾਬ ਦੇ ਨਾਲ ਵਾਸ਼ਨਾ ਨੇ ਸਾਨੂੰ ਕਾਬੂ ਤੇ ਕੰਟਰੋਲ ਕੀਤਾ ਹੋਇਆ। ਫਿਰ ਅੱਗੇ ਜਾ ਕੇ ਫਰਮਾਉਂਦੇ ਨੇ, ਗਜੀ ਨਾ ਮਿਨੀਐ ਤੋਲ ਨਾ ਤੁਲੀਏ। ਸਾਡੇ ਅੰਦਰ ਕਿੰਨੀ ਕੁ ਬੁਰਾਈ ਹੈ, ਕਿੰਨੀ ਕੁ ਵਾਸ਼ਨਾ ਪੈਦਾ ਹੋ ਸਕਦੀ ਹੈ, ਕਿੰਨੇ ਕੁ ਬੁਰੇ ਖਿਆਲ ਪੈਦਾ ਹੋ ਸਕਦੇ ਨੇ, ਅਸੀਂ ਕਿਸ ਹੱਦ ਤੱਕ ਬੁਰੇ ਹੋ ਸਕਦੇ ਹਾਂ। ਭਗਤ ਕਬੀਰ ਜੀ ਕਹਿੰਦੇ ਨੇ ਇਹਨੂੰ ਮਿਣਿਆ ਤੇ ਤੋਲਿਆ ਨਹੀਂ ਜਾ ਸਕਦਾ। ਜੇ ਬੁਰੇ ਰਾਹ ਤੇ ਚੱਲ ਪਈਏ ਤੇ ਬੰਦਾ ਬੁਰਾਈ ਦੀ ਸਿਖਰ ਤੱਕ ਪਹੁੰਚਦਾ ਹੈ, ਤੇ ਉਹਦੀ ਬੁਰਾਈ ਨੂੰ ਨਾਪਣਾ ਤੇ ਤੋਲਣਾ ਕਿਸੇ ਦੇ ਵੱਸ ਦੀ ਖੇਡ ਨਹੀਂ ਰਹਿ ਜਾਂਦੀ। ਫਿਰ ਤਾਂ ਬੰਦਾ ਹੈ ਹੀ ਬੁਰਾ, ਫਿਰ ਤਾਂ ਉਹਦੇ ਅੰਦਰ ਹੈ ਹੀ ਮੰਦੀ ਵਾਸ਼ਨਾ, ਫਿਰ ਤਾਂ ਉਹਦੇ ਅੰਦਰ ਹੈ ਹੀ ਪਾਪ, ਜ਼ੁਲਮ ਤੇ ਪਾਪ, ਅਤਿਆਚਾਰ। ਕਹਿੰਦੇ ਨੇ ਗਜੀ ਨਾ ਮਿਨੀਐ ਤੋਲ ਨਾ ਤੁਲੀਐ, ਪਾਚਨ ਸ਼ੇਰ ਅਢਾਈ। ਉਹ ਤਾਣੀਆਂ ਨੂੰ ਪਹਿਲਾਂ ਮਾਵਾ ਲਾਉਂਦੇ ਸਨ ਕਿ ਮਜ਼ਬੂਤ ਹੋ ਜਾਣ, ਟੁੱਟਣ ਨਾ। ਕਹਿੰਦੇ ਨੇ ਸਰੀਰ ਜਿਹੜਾ ਹੈ ਨਾ, ਸਰੀਰ ਦੇ ਤਾਣੇ ਪੇਟੇ ਨੂੰ 2.5 ਸੇਰ ਖੁਰਾਕ ਜਿਹੜੀ ਹੈ, ਸਮਝੋ ਵੀ ਮਾਵਾ ਮਿਲਦਾ ਵੀ ਇਹ ਚੱਲਦਾ ਰਹੇ, ਸਰੀਰ ਚੱਲਦਾ ਰਹੇ, ਡਿੱਗ ਨਾ ਪਏ, ਕਮਜ਼ੋਰ ਨਾ ਹੋ ਜਾਏ, ਬਿਮਾਰ ਨਾ ਹੋ ਜਾਏ, ਮਰ ਨਾ ਜਾਏ ਭੁੱਖ ਨਾਲ। ਇਹਨੂੰ ਆਪਾਂ 2.5 ਸੇਰ ਯਾਨੀ ਕਿ ਇੱਕ ਲਿਮਟ ਤੱਕ ਇਹਨੂੰ ਖੁਰਾਕ ਦਿੰਦੇ ਰਹਿੰਦੇ ਹਾਂ ਰੋਜ਼। ਇਸ ਸਰੀਰ ਦੀ ਖੁਰਾਕ ਦਾ ਅਸੀਂ ਹਮੇਸ਼ਾ ਚੇਤਾ ਰੱਖਦੇ ਹਾਂ, ਧਿਆਨ ਰੱਖਦੇ ਹਾਂ, ਆਹਰ ਕਰਦੇ ਹਾਂ, ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ। ਜਿਹੜੀਆਂ ਸਰੀਰ ਨੂੰ ਜ਼ਰੂਰੀ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਉਹ ਇਹਨੂੰ ਮਿਲਦੀਆਂ ਰਹਿਣ, ਉਹਨਾਂ ਦੀ ਕਿਧਰੇ ਵੀ ਘਾਟ ਨਾ ਪਵੇ। ਇਹਨੂੰ ਨੀਂਦ, ਇਹਨੂੰ ਭੁੱਖ, ਇਹਨੂੰ ਵਸਤਰ, ਇਹਨੂੰ ਖਾਣ ਪੀਣ ਪਹਿਨਣੇ, ਸਾਰੀਆਂ ਚੀਜ਼ਾਂ ਜਿਹੜੀਆਂ ਇਹਦੀ ਲੋੜ ਪੂਰੀ ਕਰਦੀਆਂ ਰਹਿਣ। ਪਾਚਨ ਸ਼ੇਰ ਅਢਾਈ। ਤੇ ਕਬੀਰ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਸ ਵੇਲੇ ਜੋ ਕਰ ਪਾਚਨ ਵੇਗ ਨਾ ਪਾਵੇ, ਜੇ ਇਸ ਨੂੰ ਖੁਰਾਕ ਦਾ ਮਾਵਾ ਨਾ ਮਿਲਦਾ ਰਹੇ, ਫਿਰ ਪਤਾ ਕੀ ਹੁੰਦਾ ਹੈ, ਝਗਰ ਕਰੈ ਕਰਹਾਈ।
ਇਹ ਡਿਸਟਰਬ ਹੋਣਾ ਸ਼ੁਰੂ ਹੋਣ। ਘਰ ਹਾਈ, ਘਰ ਵਿੱਚ ਹੀ ਆਪਣੇ ਆਪ ਵਿੱਚ ਹੀ ਇਹ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦਾ। ਜੇ ਇਸ ਦੀ ਸਰੀਰ ਦੀ ਲੋੜ ਪੂਰੀ ਨਾ ਹੋਵੇ ਤਾਂ ਇਹ ਖੱਪ ਪਾਉਣੀ ਸ਼ੁਰੂ ਕਰ ਦਿੰਦਾ। ਜਿਵੇਂ ਭੁੱਖ ਲੱਗੀ ਹੋਵੇ ਤੇ ਸਾਡਾ ਬਾਰ-ਬਾਰ ਧਿਆਨ ਰੋਟੀ ਵੱਲ ਜਾਂਦਾ, ਪਿਆਸ ਲੱਗੀ ਹੋਵੇ ਤੇ ਬਾਰ-ਬਾਰ ਧਿਆਨ ਪਾਣੀ ਵੱਲ ਜਾਂਦਾ। ਇਵੇਂ ਵਾਸ਼ਨਾ ਦੇ ਵਧੇ ਹੋਏ ਮਨੁੱਖ ਦਾ ਧਿਆਨ ਬਾਰ-ਬਾਰ ਉਸ ਵਿਕਾਰ ਵੱਲ ਜਾਂਦਾ ਹੈ, ਜਿਹੜਾ ਵਿਕਾਰ, ਜਿਹੜੀ ਵਾਸ਼ਨਾ ਉਹਦੇ ਮਨ ਦੇ ਉੱਤੇ ਅਸਰ ਕਰੇ। ਜੇ ਉਸ ਨੂੰ ਕਾਮ ਦਾ ਚਸਕਾ ਤੇ ਬਾਰ-ਬਾਰ ਧਿਆਨ ਉੱਧਰ ਜਾਏਗਾ, ਲੋਭ ਦਾ ਚਸਕਾ ਤੇ ਪਦਾਰਥ ਵੱਲ ਜਾਏਗਾ, ਮੋਹ ਦਾ ਚਸਕਾ ਤੇ ਉਹਨਾਂ ਚੀਜ਼ਾਂ ਦੀ ਅਟੈਚਮੈਂਟ ਵੱਲ ਜਾਏਗਾ, ਹੰਕਾਰ ਦਾ ਚਸਕਾ ਤੇ ਨਿੱਕੀ ਨਿੱਕੀ ਗੱਲ ਨੂੰ ਜੋੜ ਕੇ ਹਉਮੈ ਦੀ ਸਿਖਰ ਤੇ ਪਹੁੰਚਦਾ ਰਹੇਗਾ ਤੇ ਦੂਜਿਆਂ ਨੂੰ ਨੀਵਾਂ ਵਿਖਾਵੇਗਾ। ਝਗੜ ਕਰਿਆ ਕਰੇ, ਇਹਦੇ ਅੰਦਰ ਹੀ ਇੱਕ ਝਗੜਾ ਚੱਲਦਾ ਰਹਿੰਦਾ, ਇੱਕ ਡਿਸਟਰਬੈਂਸ ਚੱਲਦੀ ਰਹਿੰਦੀ ਹੈ, ਭਟਕਣਾ ਲੱਗੀ ਰਹਿੰਦੀ ਹੈ। ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਸ਼ਬਦ ਹੈ ਬਰਅਕਸ਼, ਬਰਕਸ। ਕਹਿੰਦੇ ਕੁਝ ਦਿਨਾਂ ਦੀ ਬੈਠਕ ਹੈ ਸੰਸਾਰ ਵਿੱਚ ਬੰਦੇ ਦੀ, ਬਹੁਤਾ ਕੋਈ ਇੰਨਾ ਸਮਾਂ ਨਹੀਂ ਵੀ ਜਿਹਨੂੰ ਹੱਦ 'ਚ ਨਾ ਬੰਨਿਆ ਜਾ ਸਕੇ। ਕੋਈ ਪ੍ਰਾਣੀ ਜਦੋਂ ਜਗਤ ਤੋਂ ਚਲਾ ਜਾਂਦਾ, ਬੜੀ ਲੰਮੀ ਉਮਰ ਵੀ ਹੋਵੇ, ਆਪਾਂ ਨੂੰ ਪੁੱਛਦੇ ਕਿੰਨੇ ਸਾਲਾਂ ਦਾ, ਸਾਲਾਂ ਦੇ ਵਿੱਚ ਵੱਧ ਜਾਂਦੀ ਹੈ ਉਮਰ। ਇਸੇ ਕਰਕੇ ਉਹਨੂੰ ਕਹੇ ਗਿਣਤੀ ਦੇ ਦਿਨ, ਦਿਨ ਕੀ ਬੈਠ, ਕੁਝ ਦਿਨਾਂ ਦੀ ਬੈਠਕ ਹੈ ਜਗਤ ਵਿੱਚ। ਬੜਾ ਲਿਮਟਡ ਜਿਹਾ ਸਮਾਂ ਹੈ ਜੀਵਨ ਦਾ ਇਸ ਸੰਸਾਰ ਦੇ ਅੰਦਰ, ਪਰ ਉਨੇ ਕੁ ਸਮੇਂ ਦੇ ਵਿੱਚ ਬੰਦਾ ਵਾਸ਼ਨਾ, ਬੁਰਾਈ, ਪਾਪ, ਬੁਰੇ ਖਿਆਲਾਂ ਦੇ ਗਲਬੇ ਵਿੱਚ ਆ ਕੇ ਕੀ ਕਰਦਾ ਹੈ? ਖਸਮ ਕੀ ਬਰਕਸ, ਖਸਮ ਤੋਂ ਬਰਅਕਸ਼ ਹੋ ਜਾਂਦਾ ਹੈ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਆਕੀ ਤੇ ਬਾਗੀ ਹੋ ਜਾਂਦਾ ਹੈ। ਸਿਰਜਣਹਾਰ ਦਾ ਚੇਤਾ ਭੁਲਾ ਦਿੰਦਾ ਹੈ, ਉਹਦਾ ਚੇਤਾ, ਉਹਦੀ ਯਾਦ ਇਹਦੇ ਅੰਦਰ ਨਹੀਂ ਆਉਂਦੀ, ਉਹਦੀ ਭੈ ਭਾਵਨੀ ਨਹੀਂ ਰੱਖਦਾ, ਉਹਦੀ ਹੋਂਦ ਦਾ ਅਹਿਸਾਸ ਨਹੀਂ ਰਹਿੰਦਾ। ਬਸ ਹਰ ਵੇਲੇ ਆਪਣੇ ਝਗੜਿਆਂ ਵਿੱਚ ਹੀ ਮੁਬਤਲਾ ਰਹਿੰਦਾ, ਗ੍ਰਸਤ ਰਹਿੰਦਾ, ਉਲਝਿਆ ਰਹਿੰਦਾ। ਫਿਰ ਕਬੀਰ ਜੀ ਕਹਿੰਦੇ ਨੇ, ਇਹ ਬੇਲਾ ਕਦ ਆਈ, ਇਹ ਮਨੁੱਖ, ਇਹ ਸਮਾਂ ਤੈਨੂੰ ਦੁਬਾਰਾ ਕਵੇਂ ਮਿਲੇਗਾ? ਜਿਹੜਾ ਸਮਾਂ ਤੂੰ ਅੰਦਰ ਦੇ ਫਜ਼ੂਲ ਉਲਝਣਾਂ ਵਿੱਚ ਗਵਾ ਰਿਹਾ ਹੈ, ਇਹ ਸਮਾਂ ਤੈਨੂੰ ਦੁਬਾਰਾ ਨਹੀਂ ਮਿਲਣ ਵਾਲਾ। ਇਹ ਵਕਤ ਦੁਬਾਰਾ ਤੇਰੇ ਉੱਤੇ ਨਹੀਂ ਆਏਗਾ। ਇਹ ਲੰਘ ਗਈਆਂ ਘੜੀਆਂ ਦੁਬਾਰਾ ਨਹੀਂ ਲਿਆਂਦੀਆਂ ਜਾ ਸਕਦੀਆਂ। ਭਾਵ ਬੜਾ ਅਹਿਮ ਔਰ ਕੀਮਤੀ ਸਮਾਂ ਜਿਹੜਾ ਤੇਰੀ ਜ਼ਿੰਦਗੀ ਦਾ ਤੂੰ ਖਰਾਬ ਕਰ ਰਿਹਾ, ਡਿਸਟਰਬੈਂਸ ਵਿੱਚ ਗਵਾ ਰਿਹਾ, ਭਟਕਣਾ ਵਿੱਚ ਖੁਆਰ ਕਰ ਰਿਹਾ, ਮੰਦੀਆਂ ਵਾਸ਼ਨਾ ਵਿੱਚ ਮੁਬਤਲਾ ਹੋ ਕੇ ਤੂੰ ਦੁੱਖ ਸੇੜ ਰਿਹਾ ਤੇ ਉਲਝੀ ਜਾ ਰਿਹਾ ਦਿਨ ਬ ਦਿਨ। ਹਰ ਪਲ ਤੇ ਹਰ ਘੜੀ ਤੇਰੀ ਬਣਤਰ ਬੜੀ ਭੈੜੀ ਤੇ ਮੰਦੀ ਹੁੰਦੀ ਜਾਂਦੀ ਹੈ। ਫਿਰ ਫਰਮਾਉਂਦੇ ਨੇ, ਛੂਟੇ ਕੂੰਡੇ ਭੀਗੇ ਪੁਰੀਆ। ਜਿਵੇਂ ਪਹਿਲਾਂ ਕਿਹਾ ਸੀ ਨਾ ਵੀ ਤਾਣੀਆਂ ਜਿਹੜੀਆਂ ਨੇ ਉਹ ਮਿੱਟੀ ਦੇ ਬਰਤਨ 'ਚ ਪਾਣੀ ਪਾ ਕੇ ਉਹਦੇ 'ਚ ਭੇਂ ਦਿੱਤੀਆਂ ਜਾਂਦੀਆਂ ਸਨ ਮਜ਼ਬੂਤ ਕਰਨ ਵਾਸਤੇ। ਕਹਿੰਦੇ ਨੇ ਪਦਾਰਥ ਜਿਹੜੇ ਨਾ, ਪਦਾਰਥ ਉਹ ਸਮਝੋ ਵੀ ਮਿੱਟੀ ਦੇ ਭਾਂਡਿਆਂ 'ਚ ਪਿਆ ਹੋਇਆ ਪਾਣੀ ਹੈ, ਤੇ ਜਿਹੜੀਆਂ ਵਾਸ਼ਨਾਵਾਂ ਦੀਆਂ ਨਲੀਆਂ ਸਾਡੀਆਂ ਨੇ, ਨਾੜੀਆਂ, ਉਹ ਸਮਝੋ ਉਹਦੇ 'ਚ ਭਿੱਜੀਆਂ ਪਈਆਂ ਨੇ। ਭਾਵ ਪਦਾਰਥਾਂ ਦੀ ਵਾਸ਼ਨਾ 24 ਘੰਟੇ ਸਾਨੂੰ ਲੱਗੀ ਰਹਿੰਦੀ ਹੈ, ਤੇ ਜਦੋਂ ਸੱਦਾ ਆ ਜਾਂਦਾ ਹੈ ਫਿਰ ਕੀ ਹੁੰਦਾ? ਪਦਾਰਥ ਤੇ ਇੱਥੇ ਹੀ ਪਏ ਰਹਿ ਜਾਂਦੇ। ਛੂਟੇ ਕੂੰਡੇ, ਮਿੱਟੀ ਦੇ ਬਰਤਨ ਨੂੰ ਕਹਿ ਦਿੰਦੇ ਨੇ। ਪਦਾਰਥ ਇੱਥੇ ਹੀ ਛੁੱਟ ਜਾਂਦੇ ਨੇ, ਸਾਰੀਆਂ ਚੀਜ਼ਾਂ ਇੱਥੇ ਰਹਿ ਜਾਂਦੀਆਂ, ਹਰ ਵਸਤੂ ਇੱਥੋਂ ਦੀ ਇੱਥੇ ਹੀ ਰਹਿ ਜਾਂਦੀ, ਮਿੱਟੀ ਦੀ ਮਿੱਟੀ ਰਹਿ ਜਾਂਦੀ ਹੈ। ਕੋਈ ਚੀਜ਼ ਸਾਨੂੰ ਰੋਕ ਨਹੀਂ ਸਕਦੀ ਤੇ ਕੋਈ ਸਾਡੇ ਨਾਲ ਨਹੀਂ ਜਾਂਦੀ। ਜਦੋਂ ਸਰੀਰ ਚੋਂ ਪ੍ਰਾਣ ਨਿਕਲ ਗਏ, ਕੋਈ ਚੀਜ਼ ਅਸੀਂ ਵਰਤ ਨਹੀਂ ਸਕਦੇ, ਸਾਡੇ ਉਹ ਕਿਸੇ ਕੰਮ ਦੀ ਨਹੀਂ ਤੇ ਨਾ ਅਸੀਂ ਉਹਦੇ ਕੰਮ ਦੇ ਰਹੇ। ਭੀਗੇ ਪੁਰੀਆ ਕਹਿੰਦੇ ਨੇ, ਪਰ ਸਾਡੇ ਅੰਦਰ ਵਾਸ਼ਨਾ ਜਿਉਂ ਦੀ ਤਿਉਂ ਹੀ ਹੈ। ਆਖਰੀ ਸਾਹ ਆ ਗਿਆ ਪਰ ਵਾਸ਼ਨਾ ਨਹੀਂ ਛੁੱਟੀ। ਬਾਕੀ ਸਭ ਕੁਝ ਛੁੱਟਦਾ ਰਹਿੰਦਾ ਹੈ, ਹੌਲੀ ਹੌਲੀ ਜ਼ਿੰਦਗੀ ਵਿੱਚ ਬਹੁਤ ਕੁਝ ਛੁੱਟ ਜਾਂਦਾ ਹੈ, ਪਰ ਵਾਸ਼ਨਾ ਅੰਦਰ ਬਲਵਾਨ ਰਹਿੰਦੀ ਹੈ, ਜਿਹੜੀ ਸਾਨੂੰ ਡਿਸਟਰਬ ਤੇ ਦੁਖੀ ਕਰੀ ਰੱਖਦੀ ਹੈ। ਚੱਲਿਓ ਜੁਲਾਹੋ ਰਿਸਾਈ, ਰਿਸਾਈ ਦਾ ਮਤਲਬ ਹੈ ਦੁਖੀ ਹੋ ਕੇ ਅਖੀਰ ਇਹ ਜੀਵ ਆਤਮਾ ਜੁਲਾਹਾ ਉੱਠ ਕੇ ਤੁਰ ਪੈਂਦਾ, ਜਿਹਨੇ ਸਾਰੀ ਉਮਰ ਬੁਰਾਈ ਦਾ ਤਾਣਾ ਬਾਣਾ ਹੀ ਬੁਣਿਆ।
ਦੁਖੀ ਹੋ ਕੇ, ਉਲਝ ਕੇ, ਖਿਝ ਕੇ ਆਖਰ ਇਹਨੂੰ ਤੁਰਨਾ ਪੈਂਦਾ। ਖਿਝਦਾ ਇਹ ਹੈ ਵੀ ਵਾਸ਼ਨਾ ਅੰਦਰ ਪੂਰੀ ਹੈ, ਉਹ ਹੋਰ ਪੂਰੀ ਹੋਵੇ ਤੇ ਸਮਾਂ ਪੁੱਗ ਜਾਂਦਾ, ਤੁਰਨਾ ਪੈਂਦਾ। ਤੇ ਇੱਕ ਖਿਝ ਅੰਦਰ ਬਣੀ ਰਹਿੰਦੀ ਹੈ ਵੀ ਮੈਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਮੇਰੇ ਕੋਲ ਆਹ ਨਹੀਂ ਹੋਇਆ, ਮੇਰੀ ਜ਼ਿੰਦਗੀ ਐਵੇਂ ਹੋ ਗਈ, ਉਵੇਂ ਹੋ ਗਈ। ਉਹ ਫਿਰ ਅੰਦਰ ਇੱਕ ਉਲਾਂਭੇ ਸ਼ਿਕਵੇ ਤੇ ਖਿਝ ਬਣੀ ਰਹਿੰਦੀ ਹੈ। ਫਿਰ ਫਰਮਾਉਂਦੇ ਨੇ, ਛੋਛੀ ਨਲੀ ਤੰਤ ਨਹੀਂ ਨਿਕਸੈ। ਜਿਵੇਂ ਨਾਲੀ ਖਾਲੀ ਹੋ ਜਾਏ, ਉਹਦੇ ਉਤਲੇ ਜਿਹੜੇ ਤੰਦ ਨੇ ਉਹ ਸਾਰੇ ਦੇ ਸਾਰੇ ਵਰਤ ਲੈ ਜਾਣ। ਕਹਿੰਦੇ ਨੇ ਸਰੀਰ ਦੀ ਨਲੀ ਖਾਲੀ ਹੋ ਜਾਂਦੀ ਹੈ। ਹੁਣ ਇਹਦੇ ਵਿੱਚੋਂ ਕੋਈ ਸਾਹ ਦੀ ਤੰਦ ਨਹੀਂ ਨਿਕਲਦੀ, ਭਾਵ ਸਾਹ ਮੁੱਕ ਗਏ, ਸਰੀਰ ਖਾਲੀ ਪਿਆ। ਸਰੀਰ ਉਵੇਂ ਹੀ ਪਿਆ, ਅੱਖਾਂ ਵੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜ਼ੁਬਾਨ ਬੋਲ ਨਹੀਂ ਸਕਦੀ, ਦਿਲ ਧੜਕਦਾ ਨਹੀਂ, ਬ੍ਰੇਨ ਕੰਮ ਨਹੀਂ ਕਰਦਾ, ਹੱਥ ਪੈਰ ਹਿਲਦੇ ਨੇ, ਕਿਉਂਕਿ ਸਾਹ ਨਹੀਂ ਆਉਂਦਾ। ਸਰੀਰ ਖਾਲੀ ਹੈ, ਤਾਂ ਹੀ ਆਪਾਂ ਨੂੰ ਡੈਡ ਕਹਿੰਦੇ। ਜਿੰਨਾ ਚਿਰ ਸਾਹ ਆਉਂਦਾ ਹੋਵੇ, ਬੰਦਾ ਭਾਵੇਂ ਬੇਹੋਸ਼ੀ ਦੀ ਹਾਲਤ 'ਚ ਹੈ, ਅਜੇ ਉਹਨੂੰ ਆਪਾਂ ਡੈਡ ਨਹੀਂ ਕਹਿੰਦੇ। ਡੈਡ ਦਾ ਮਤਲਬ ਹੈ ਖਤਮ, ਮਰਿਆ ਹੋਇਆ। ਸਾਹ ਹੈ ਤੇ ਜੀਂਦਾ ਹੈ, ਸਾਹ ਨਹੀਂ ਹੈ ਤੇ ਆਪਾਂ ਉਹਨੂੰ ਕਹਿੰਦੇ ਮ੍ਰਿਤਕ ਹੈ, ਖਾਲੀ ਹੈ, ਖਾਲੀ ਭਾਂਡਾ ਰਹਿ ਗਿਆ। ਛੋਛੀ ਨਲੀ ਤੰਤ ਨਹੀਂ ਨਿਕਸੈ, ਨਤਰ ਰਹੀ ਉਰਝਾਈ। ਕਹਿੰਦੇ ਨੇ ਫਿਰ ਇਹ ਸਰੀਰ ਦਾ ਜਿਹੜਾ ਧਾਗਾ ਹੈ ਉਹ ਉਲਝ ਜਾਂਦਾ ਹੈ, ਫਿਰ ਉਲਝਿਆ ਹੋਇਆ ਹੁੰਦਾ। ਆਪਣੇ ਆਪ ਸਰੀਰ ਨੂੰ ਬੰਦਾ ਸਵਾਰ ਨਹੀਂ ਸਕਦਾ, ਫਿਰ ਤਾਂ ਡਿਪੈਂਡਡ ਹੁੰਦਾ ਕੁਝ ਘੜੀਆਂ ਲਈ। ਜਿੱਥੇ ਅਗਲਾ ਰੱਖਦਾ ਉੱਥੇ ਪਿਆ ਰਹਿੰਦਾ, ਉਲਝਿਆ ਰਹਿੰਦਾ, ਕਿਸੇ ਕੰਮ ਦਾ ਨਹੀਂ ਆਉਂਦਾ, ਸਿੱਧ ਪੱਧਰਾ ਨਹੀਂ ਹੁੰਦਾ, ਕੋਈ ਤਰਤੀਬ ਨਹੀਂ ਰਹਿ ਜਾਂਦੀ ਸਰੀਰ ਦੀ। ਫਿਰ ਫਰਮਾਉਂਦੇ ਹਨ, ਛੋੜ ਪਸਾਰ ਇਹਾਂ ਰਹੋ ਬਪੁਰੀ। ਇਹ ਮੇਰੀ ਅੰਦਰ ਭੈੜੀ ਵਾਸ਼ਨਾ, ਤੂੰ ਇਹ ਆਪਣਾ ਜੰਜਾਲ ਛੱਡ ਦੇ, ਮੇਰੇ ਸਰੀਰ ਦਾ ਖਹਿੜਾ ਛੱਡ ਦੇ। ਤੂੰ ਮੇਰੇ ਸਰੀਰ ਨੂੰ, ਮੇਰੇ ਜੀਵਨ ਨੂੰ ਕੁਰਾਹੇ ਪਾ ਰਹੀ ਹੈ। ਕਹੋ ਕਬੀਰ ਸਮਝਾਈ। ਹੇ ਕਬੀਰ, ਮੈਂ ਆਪਣੇ ਮਨ ਨੂੰ ਸਮਝਾਉਣਾ, ਆਪਣੇ ਅੰਦਰ ਨੂੰ ਸਮਝਾਉਣਾ ਕਿ ਇਸ ਵਾਸ਼ਨਾ ਨੂੰ ਕਾਬੂ 'ਚ ਕਰ, ਆਪਣੇ ਅੰਦਰ ਦੇ ਬੁਰੇ ਖਿਆਲਾਂ ਨੂੰ ਕੰਟਰੋਲ ਕਰ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।